ਵਾਹਿਗੁਰੂ 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 ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਵਾਹਿਗੁਰੂ ਜੀ ਕਾ ਖਾਲਸਾ ਜੀ ਕੀ ਫਤਿਹ। ਮਾਝ ਮਹਿਲਾ ਤੀਜਾ। ਅੰਮ੍ਰਿਤ ਨਾਮ ਮਨ ਵਸਾਏ, ਹਉਮੈ ਮੇਰਾ ਸਭ ਦੁੱਖ ਗਵਾਏ, ਅੰਮ੍ਰਿਤ ਬਾਣੀ ਸਦਾ ਸਲਾਹੇ, ਅੰਮ੍ਰਿਤ ਅੰਮ੍ਰਿਤ ਪਾਵਨਿਆ, ਹੋਂ ਵਾਰੀ ਜੀਓ ਵਾਰੀ, ਅੰਮ੍ਰਿਤ ਬਾਣੀ ਮਨ ਵਸਾਵਨਿਆ, ਅੰਮ੍ਰਿਤ ਬਾਣੀ ਮਨ ਵਸਾਏ, ਅੰਮ੍ਰਿਤ ਨਾਮ ਧਿਆਵਨਿਆ, ਰਹਾਉ ਅੰਮ੍ਰਿਤ ਬੋਲੇ ਸਦਾ ਮੁਖ ਵੈਣੀ, ਅੰਮ੍ਰਿਤ ਵੇਖੈ ਪਰਖੈ ਸਦਾ ਨੈਣੀ, ਅੰਮ੍ਰਿਤ ਕਥਾ ਕਹੈ ਸਦਾ ਦਿਨ ਰਾਤੀ, ਅਵਰਾ ਆਖ ਸੁਨਾਵਨਿਆ, ਅੰਮ੍ਰਿਤ ਰੰਗ ਰਤਾ ਲਿਵ ਲਾਏ, ਅੰਮ੍ਰਿਤ ਗੁਰ ਪ੍ਰਸਾਦੀ ਪਾਏ, ਅੰਮ੍ਰਿਤ ਰਸਨਾ ਬੋਲੇ ਦਿਨ ਰਾਤੀ, ਮਨ ਤਨ ਅੰਮ੍ਰਿਤ ਪਿਆਵਨਿਆ, ਸੋ ਕਿਛ ਕਰੈ ਜੋ ਚਿਤ ਨ ਹੋਈ, ਸੋ ਕਿਛ ਕਰੈ ਜੋ ਚਿਤ ਨ ਹੋਈ, ਤਿਸ ਦਾ ਹੁਕਮ ਮੇਟ ਨ ਸਕੈ ਕੋਈ, ਹੁਕਮੇ ਵਰਤੈ ਅੰਮ੍ਰਿਤ ਬਾਣੀ, ਹੁਕਮੇ ਅੰਮ੍ਰਿਤ ਪਿਆਵਨਿਆ, ਅਜਬ ਕੰਮ ਕਰਤੇ ਹਰ ਕੇਰੇ, ਇਹ ਮਨ ਭੁੱਲਾ ਜਾਂਦਾ ਫੇਰੇ, ਅੰਮ੍ਰਿਤ ਬਾਣੀ ਸਿਉ ਚਿਤ ਲਾਏ, ਅੰਮ੍ਰਿਤ ਸ਼ਬਦ ਵਜਾਵਨਿਆ, ਖੋਟੇ ਖਰੇ ਤੁਧ ਆਪ ਉਪਾਏ,
तुद आपे परखे लोक सबाए। खरे परख खजानै पाहे। खोटे परम पुलावनिया। क्यों कर वेखा क्यों सालाही। गुर प्रसादी शब्द सलाही। तेरे पाणे विच अमृत वसै। तू पानै अमृत पियावनिया। अमृत शब्द अमृत हर बाणी। सतगुर सेव्य हृदय समानी। नानक अमृत नाम सदा सुख दाता। पी अमृत सब भुख लह जावनिया। वाहिगुरु जी का खालसा वाहिगुरु जी की फतेह। गुरु अमरदास जी 118 नंबर पन्ने ते माझ राग विच सानूं इस शब्द बारे चानना पा रहे हैं कि किमें उस परमात्मा का नाम अमृत है, किमें साडे जीवन नूं अमृतमई कर सकता है जे असीं उस अमृत नूं प्राप्त कर लेंदे हाँ, समझ लेंदे हाँ। सब तो पहला गुरु जी कहते अमृत नाम मन वसाए। अमृत का मतलब की हुंदा है? शक्ल तो नहीं लिखा है, बोलिए। अमृत का मतलब कितनी बार गल की है। अमृत का मतलब मरना, अमृत का मतलब मरण तो बचा लवे। परमात्मा का वो नाम वो हुक्म जिहड़ा सानू आत्मक अडोलता बख्शदा है, साडी आत्मा नू मरण नहीं दिंदा, उन्होंने आपां अमृत कहने हैं। जिहड़ी चीज़ साडी आत्मा नू नहीं मरण दिंदी उन्होंने कहने आपां अमृत। आत्मक अडोलता तो जो परमात्मा का नाम है, नाम की गल पहले भी कर चुके कितनी बारी, ठीक है जी। भी गुरु के शब्द के अनुसार परमात्मा के हुक्म नू समझना तो वो अनुसार अपना जीवन जीना, ये चीज़ अंदर आनी, उसनू नाम कहते हैं गुरु जी। अमृत नाम वो हुक्म वो सिक्ख्यावां परमात्मा दियाँ जिन्हां नू समझ के साडी आत्मा नहीं मरदी, आत्मा मजबूत हो जाती है, पक्की अडोल हो जाती है। वो किसी चीज़ नू देख के नहीं घबराती। फिर आत्मा अडोल तो उदों ही मनांगे ना जो किसी भी वड्डी तो वड्डी मुसीबत आने पर भी आपां अपने सुभाਅ नू स्थिर रखिए सकीए। जो व्यक्ति ये कुछ कर सकता है तो समझ लो उसकी आत्मा अमृत पी चुकी है, अमृत नाम उसके मन में वस चुका है। गुरु जी कहते उस अमृत नाम नूं अपने मन में वसा लवो, जिहड़ा तुहाडी आत्मा नूं अडोलता बख्शदा है। हर एक झक्खड़ झेड़ी सुख दुख दे विचों बराबर जीवन जिंदा है। होमै मेरा सब दुख गवाए। फिर की हुंदा है, कहते जिहड़ा होमे का रोग है अते मेरा मेरा करन दी प्रवृत्ति है, जिहड़ी इहदे नाल दुख पैदा होंदे ने खत्म हो जाते हैं। जब अमृत आत्मा डोल होगी उन्होंने किसी चीज़ की भुख ही नहीं रहेगी। वो सोचते नहीं कि सब कुछ मैनूं मिल जाए। वो वंडन दे विच आ जाता है। किस अवस्था आ जाता है?
ਵੰਡਣ ਵਾਲੀ। ਤਾਂ ਉਹ ਜਿਹੜਾ ਦੁੱਖ ਹੈ, ਕਿਉਂਕਿ ਦੁੱਖ ਇਹੀ ਹੁੰਦਾ ਨਾ, ਸਭ ਕੁਝ ਮੈਨੂੰ ਕਿਉਂ ਨਹੀਂ ਮਿਲਿਆ, ਮੈਨੂੰ ਘੱਟ ਕਿਉਂ ਮਿਲਿਆ। ਕਈ ਵਾਰੀ ਆਪਣੇ ਘੱਟ ਦਾ ਦੁੱਖ ਨਹੀਂ ਹੁੰਦਾ, ਕਿਸੇ ਦੇ ਵੱਧ ਮਿਲੇ ਤਾਂ ਦੁੱਖ ਜ਼ਿਆਦਾ ਹੁੰਦਾ। ਜਦ ਕਿ ਸਾਡੇ ਅੰਦਰੋਂ ਖੁਸ਼ੀ ਆਉਣੀ ਚਾਹੀਦੀ ਹੈ ਵੀ ਚਲੋ ਜੇ ਮੈਨੂੰ ਕੋਈ ਚੀਜ਼ ਨਹੀਂ ਮਿਲੀ ਫਲਾਣੇ ਨੂੰ ਤਾਂ ਮਿਲ ਗਈ। ਸਾਡੀ ਆਤਮਾ ਕਿੰਨੀ ਕਮਜ਼ੋਰ ਹੋ ਚੁੱਕੀ ਹੈ। ਦੇਖੋ, ਕਿਸੇ ਦੀ ਮਿਹਨਤ ਕਰਕੇ ਕਮਾਈ ਹੋਈ ਚੀਜ਼ ਦੇਖ ਕੇ ਸਾਡੀ ਆਤਮਾ ਦੁਖੀ ਹੋ ਜਾਂਦੀ ਹੈ। ਅਗਰ ਕਿਸੇ ਨੇ ਕੋਈ ਆਪਣੇ ਜੀਵਨ ਨੂੰ ਮਿਹਨਤ ਕਰਕੇ ਕੋਈ ਪ੍ਰਾਪਤੀਆਂ ਕੀਤੀਆਂ ਨੇ, ਉਹਨੂੰ ਦੇਖ ਕੇ ਸਾਡੀ ਆਤਮਾ ਦੁਖੀ ਮਹਿਸੂਸ ਕਰੀ ਜਾਂਦੀ ਹੈ। ਤਾਂ ਕਹਿੰਦੇ ਇਸ ਹਉਮੈ ਮੇਰਾ ਦੇ ਦੁੱਖ ਤੋਂ ਗੁਰੂ ਜੀ ਕਹਿੰਦੇ ਤੂੰ ਦੂਰ ਹੋ ਜਾਊਗਾ, ਤੈਨੂੰ ਸੁੱਖ ਦੀ ਪ੍ਰਾਪਤੀ ਹੋਏਗੀ ਜੇ ਤੂੰ ਅੰਮ੍ਰਿਤ ਨੂੰ ਅੰਦਰ ਵਸਾ ਲੇਗਾ। ਅੰਮ੍ਰਿਤ ਬਾਣੀ ਸਦਾ ਸਲਾਹੇ, ਕਹਿੰਦੇ ਉਹ ਜੋ ਬਾਣੀ ਹੈ ਅੰਮ੍ਰਿਤ ਜੀਵਨ ਦੇਣ ਵਾਲੀ, ਉਹਦੀ ਹਮੇਸ਼ਾ ਹੀ ਸਿਫਤ ਸਲਾਹ ਕਰੋ। ਅੰਮ੍ਰਿਤ ਅੰਮ੍ਰਿਤ ਪਾਵਨਿਆ, ਅੰਮ੍ਰਿਤ ਪਹਿਲਾ ਅੰਮ੍ਰਿਤ ਹੈ, ਉਹੀ ਜਿਹਦੀ ਨਾਮ ਦੀ ਗੱਲ ਕੀਤੀ ਹੈ। ਉਸ ਅੰਮ੍ਰਿਤ ਦੇ ਰਾਹੀਂ, ਇਸ ਵੇਲੇ ਤੱਤੇ ਨੂੰ ਸਿਹਾਰੀ ਹੈ ਅੰਮ੍ਰਿਤ ਦੇ ਵਿੱਚ, ਅਤੇ ਅੱਗੇ ਤੱਤੇ ਨੂੰ ਔਂਕੜਾ ਅੰਮ੍ਰਿਤ ਦੇ ਵਿੱਚ, ਬਾਕੀ ਅੱਖਰ ਦੋਨੇ ਸੇਮ ਨੇ। ਜਿਹੜਾ ਨਾਮ ਵਾਲਾ ਅੰਮ੍ਰਿਤ ਹੈ, ਜਿਹਨੂੰ ਅਸੀਂ ਆਪਣੇ ਮਨ ਵਿੱਚ ਵਸਾ ਲਾਂਗੇ, ਫਿਰ ਕੀ ਹੋਊਗਾ? ਅੰਮ੍ਰਿਤ ਪਾਵਨਿਆ। ਅੰਮ੍ਰਿਤ ਦਾ ਮਤਲਬ ਜਿਹੜਾ ਤੱਤੇ ਨੂੰ ਔਂਕੜ ਵਾਲਾ ਅੰਮ੍ਰਿਤ ਦਾ ਮਤਲਬ ਪਰਮਾਤਮਾ, ਪਰਮਾਤਮਾ ਨੂੰ ਪ੍ਰਾਪਤ ਕਰ ਲਵਾਂਗੇ। ਪਰਮਾਤਮਾ ਹੀ ਅੰਮ੍ਰਿਤ ਹੈ ਨਾ। ਅੰਮ੍ਰਿਤ ਉਸ ਦੇ ਨਾਮ ਨੂੰ ਅੰਦਰ ਵਸਾ ਕੇ ਜੋ ਵਸ ਗਿਆ, ਫਿਰ ਅੰਮ੍ਰਿਤ ਪਾਵਨਿਆ, ਫਿਰ ਉਹ ਅੰਮ੍ਰਿਤ ਦੀ ਪ੍ਰਾਪਤੀ ਹੋ ਜੂਗੀ ਜਿਹੜਾ ਕਿ ਫਿਰ ਸੋਮਾ ਹੈ ਅੰਮ੍ਰਿਤ ਦਾ। ਹੋ ਵਾਰੀ ਜੀਓ ਵਾਰੀ, ਕਹਿੰਦਾ ਮੈਂ ਵਾਰਨੇ ਜਾਂਦਾ ਹਾਂ, ਉਸ ਵਿਅਕਤੀ ਤੋਂ ਵਾਰਨੇ ਜਾਂਦਾ ਹਾਂ। ਗੁਰੂ ਜੀ ਕਹਿੰਦੇ ਅੰਮ੍ਰਿਤ ਬਾਣੀ ਮਨ ਵਸਾਵਨਾ, ਜਿਸ ਨੇ ਇਹ ਅੰਮ੍ਰਿਤ ਰੂਪੀ ਬਾਣੀ ਨੂੰ, ਇਹ ਸਿੱਖਿਆਵਾਂ ਨੂੰ, ਇਹ ਸਿੱਖਿਆਵਾਂ ਸਾਨੂੰ ਆਤਮਿਕ ਸ਼ਕਤੀ ਦੇ ਰਹੀਆਂ ਨੇ ਗੁਰੂ ਦੀਆਂ, ਆਪਣੇ ਮਨ ਵਿੱਚ ਵਸਾ ਲੈਂਦੇ। ਅੰਮ੍ਰਿਤ ਬਾਣੀ ਮਨ ਵਸਾਏ, ਫਿਰ ਜਦੋਂ ਅੰਮ੍ਰਿਤ ਬਾਣੀ ਮਨ ਵਿੱਚ ਵਸਾ ਲੈਂਦੇ ਨੇ, ਅੰਮ੍ਰਿਤ ਨਾਮ ਧਿਆਵਨਿਆ, ਇੱਥੇ ਫਿਰ ਤੱਤੇ ਨੂੰ ਔਂਕੜ ਹੈ, ਫਿਰ ਉਸ ਅਟਲ ਪਰਮਾਤਮਾ ਦੇ ਹੁਕਮ ਵਿੱਚੋਂ ਜੁੜ ਜਾਂਦੇ ਨੇ, ਸਿਰਫ ਉਹਦੇ ਹੀ ਧਿਆਨ ਲਗਾਉਂਦੇ ਨੇ, ਭਾਵ ਉਹਦੇ ਅਨੁਸਾਰ ਹੀ ਆਪਣੇ ਜੀਵਨ ਨੂੰ ਬਣਾਉਂਦੇ ਨੇ। ਹੋਰ ਇੱਧਰ ਉੱਧਰ ਦੇ ਚੱਕਰਾਂ ਵਿੱਚ ਬਹੁਤ ਸਿਆਣਪਾਂ ਜੋ ਹੁੰਦੀਆਂ ਸਾਡੇ ਅੰਦਰ ਨਾ, ਫਿਰ ਬੜਾ ਦੁੱਖ ਪਾਉਂਦੇ ਹਾਂ ਆਪਾਂ। ਤਾਂ ਗੁਰੂ ਜੀ ਕਹਿੰਦੇ ਫਿਰ ਉਹ ਸਥਿਰ ਅਵਸਥਾ ਜਾ ਕੇ ਆਪਣੀਆਂ ਸਿਆਣਪਾਂ ਨੂੰ ਛੱਡ ਦਿੰਦੇ ਨੇ। ਰਹਾਉ, ਜਿਵੇਂ ਕੱਲ੍ਹ ਦੀ ਐਗਜ਼ਾਮਪਲ ਦਿੰਦੇ, ਕੱਲ੍ਹ ਇੱਕ ਭਾਈ ਸਾਹਿਬ ਆਏ। ਦੇਖੋ ਜੋ ਗੁਰੂ ਜੀ ਸਾਨੂੰ ਕਰਨ ਨੂੰ ਕਹਿੰਦੇ ਨੇ, ਚਲੋ ਕੋਈ ਬੰਦਾ ਆਉਂਦਾ ਤਾਂ ਪਤਾ ਲੱਗਦਾ ਨਾ ਵੀ ਉਹ ਉਸੇ ਤਰੀਕੇ ਨਾਲ ਜੀਵਨ ਜੀ ਕੇ ਆਪਣੇ ਆਪ ਨੂੰ ਵਧੀਆ ਬਣਾ ਰਿਹਾ। ਗੁਰਸਿੱਖ ਵਿਅਕਤੀ, ਈਵਨ ਉਹਨਾਂ ਦੇ ਫਾਦਰ ਸਾਹਿਬ ਨੇ ਸੁਣਿਆ ਵੀ ਕਹਿ ਰਹੇ ਸੀ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਖੋਜ ਦੇ ਉੱਪਰ ਵੀ ਕਿਤਾਬਾਂ ਲਿਖੀਆਂ ਨੇ ਜੋ PhD 'ਚ ਪੜ੍ਹਾਈ ਜਾਂਦੀਆਂ ਨੇ। ਫਾਦਰ ਲਿਖਦੇ ਸੀਗੇ, ਬੱਚੇ ਅੰਦਰ ਵੀ ਖੋਜੀ ਪ੍ਰਵਿਰਤੀ ਪੈਦਾ ਹੋਈ। ਜਿਹੜੇ ਵਿਅਕਤੀ ਦੀ ਆਪਾਂ ਹੁਣ ਗੱਲ ਕਰ ਰਹੇ ਹਾਂ, ਉਹਨਾਂ ਨੇ ਪੰਜਾਬੀ ਯੂਨੀਵਰਸਿਟੀ, ਜਿਹੜੀ ਖੇਤੀਬਾੜੀ ਯੂਨੀਵਰਸਿਟੀ ਹੈ ਪੰਜਾਬ, ਜਾਂ ਕੀ ਨਾਮ ਹੈ ਇਹਦਾ, PU ਹੈ ਨਾ, ਚਲੋ ਇਹ ਯੂਨੀਵਰਸਿਟੀ ਤੋਂ ਉਹਨਾਂ ਨੇ ਮਤਲਬ ਕਿ ਆਪਣੇ ਐਗਰੀਕਲਚਰ ਦੇ ਵਿੱਚ ਪੜ੍ਹਨ ਦੇ ਵਿੱਚ ਇੰਨੇ ਇੰਟੈਲੀਜੈਂਟ, ਉਹ ਗੋਲਡ ਮੈਡਲਿਸਟ ਸੀਗੇ। ਜੋ ਗੋਲਡ ਮੈਡਲ ਸੀਗੇ, ਕੈਨੇਡਾ ਦੀ ਯੂਨੀਵਰਸਿਟੀ ਲੈ ਗਈ ਵੀ ਆਓ ਸਾਡੇ ਲਵੇ ਆ ਜਾਓ, ਫ੍ਰੀ 'ਚ ਪੜ੍ਹਾਵਾਂਗੇ ਤੁਹਾਨੂੰ ਅਸੀਂ। ਹੁਣ ਉਹ ਕੰਟਰੀਆਂ ਵਧੀਆ ਨੇ, ਚਲੋ ਆਪਾਂ ਕੰਟਰੀ ਦੀ ਉਰੇ ਉਹ ਨਹੀਂ ਕਰ ਰਹੇ ਹੈਗੇ, ਚਲੋ ਠੀਕ ਹੈ, ਅਗਲੇ ਦਾ ਤਰੀਕਾ ਹੈ, ਵਧੀਆ ਬੰਦਿਆਂ ਦਾ ਚੱਕ ਕੇ ਲੈ ਜਾਂਦੇ ਨੇ। ਪਰ ਉਹ ਖੋਜੀ ਪ੍ਰਵਿਰਤੀ ਦਾ ਵਿਅਕਤੀ ਸੀ। ਬੱਚਾ ਲਾ ਲਓ, ਜਦੋਂ ਪੜ੍ਹ ਰਹੇ ਸੀ ਤਾਂ ਬੱਚੇ ਹੀ ਆਪਾਂ ਸਿੱਖਣ ਲੱਗੇ, ਉਹ ਸਿਰਫ ਆਪਣੀ ਖੋਜ 'ਚ ਲੱਗਿਆ ਰਹਿੰਦਾ ਸੀ। ਮੈਡਲਿਸਟ ਸੀ, 10-15 ਸਾਲ ਯੂਨੀਵਰਸਿਟੀ ਨੇ ਕੈਨੇਡਾ 'ਚ ਲਾਏ, ਉੱਥੇ ਪ੍ਰੋਫੈਸਰ ਕੀਤਾ, ਉਹਨਾਂ ਨੇ ਲਗਾਤਾਰ ਆਪਣੀ ਖੋਜ ਕਰਦੇ ਗਏ। ਫਿਰ ਅਮਰੀਕਾ ਵਾਲੇ ਲੈ ਗਏ, ਫਿਰ ਉਸ ਤੋਂ ਬਾਅਦ ਫਿਰ ਕੈਨੇਡਾ ਵਾਲੇ ਵਾਪਸ ਲੈ ਆਏ। ਮਤਲਬ ਜੋ ਵਿਅਕਤੀ ਖੋਜ ਕਰਦੇ ਨੇ, ਦੁਨੀਆ ਨੂੰ ਹੱਥਾਂ 'ਤੇ ਚੱਕਦੀ ਹੈ। ਅਤੇ ਪੂਰਨ ਗੁਰਸਿੱਖ ਕਹਿੰਦੇ, ਕੋਈ ਇਹ ਨਹੀਂ ਕਿ ਬਾਹਰ ਜਾ ਕੇ ਗੁਰਸਿੱਖੀ ਛੱਡਤੀ, ਪੂਰਨ ਗੁਰਸਿੱਖੀ। ਵਟਸਐਪ ਨਹੀਂ ਦੇਖਦੇ ਫਾਲਤੂ, ਫੇਸਬੁੱਕ ਦਾ ਕਹਿੰਦੇ ਸਵਾਲ ਪੈਦਾ ਨਹੀਂ ਹੁੰਦਾ। ਵਟਸਐਪ 'ਤੇ ਕਹਿੰਦੇ ਉਹਨੂੰ ਕੋਈ ਮੈਸੇਜ ਕਰਦੇ ਆ, ਨਹੀਂ ਪਤਾ ਮਹੀਨੇ ਬਾਅਦ ਤੁਹਾਨੂੰ ਜਵਾਬ ਦੇਣ, ਟਾਈਮ ਹੀ ਨਹੀਂ ਹੈ, ਸਿਰਫ ਖੋਜ 'ਚ ਆਪਣਾ ਮਨ ਲਗਾਇਆ ਹੋਇਆ। ਇਹ ਖੋਜੀ ਪ੍ਰਵਿਰਤੀ ਸਾਨੂੰ ਗੁਰੂ ਜੀ ਕਹਿੰਦੇ ਸੀ, ਖੋਜ ਦਿਲ ਹਰ ਰੋਜ਼। ਕਿਸੇ ਵੀ ਕਾਰਜ 'ਚ ਲੱਗੇ ਹੋਏ ਆ ਤਾਂ ਉਹ ਵਿਅਕਤੀ ਖੋਜ ਕਰ ਰਿਹਾ ਨਾ ਕਿਸੇ ਨਾ ਕਿਸੇ ਚੀਜ਼ ਦੀ, ਜਿਹਦਾ ਸਮਾਜ ਨੂੰ ਫਾਇਦਾ ਹੋਊਗਾ। ਗੁਰੂ ਨਾਲ ਜੁੜੇ ਹੋਣ ਕਰਕੇ ਮਨ ਵੀ ਸਮਝਦਾਰ ਹੈ। ਹਾਂ, ਉਹਦੀ ਵਾਈਫ ਵੀ ਡਾਕਟਰ ਹੈ ਵੈਸੇ,
पर वो अपने परिवार ते बच्चों को आप तो नहीं आ पाते ने, खोच लगे ने, कहते हर साल वो 2 बार 20 दिन या 10 दिन जिन्ना टाइम छुट्टी दे के उरे भेज देंगे ने। इत्थे की करते हैं, भेज देंगे ने भी एक रात सारिਆਂ ਦੇ रह के आनी है, भी आने पिछे कल्चर नाल जुड़े रहन बच्चे, बच्चे अपने कल्चर नाल जुड़े रहन। हुण जिन्हों समझ होएगी, विवेक बुद्धि होगी, उही चीज़ां नूं वरतू नहीं। अगला कहंदा काहदे वास्ते पैसे खराब करने ने, क्योंकि किसी से जाणगे तो खर्चा तो आऊगा ना। पर एक खर्चे दी चीज़ां भी दिमाग चों निकल जांदियां, क्यों? क्योंकि बंदा खोज वाला बंदा उस खोज लग्या रहिंदा है, बाकी पैसा तो आपे आई जांदा है, बाय डिफाल्ट पैसा बनता है। पैसे लिए खोज नहीं की, खोज करते हैं तो पैसा आ रहा है। जो भी सिख कहाण वाले सी, असीं सारिਆਂ ਦੀ प्रवृत्ति यही होनी चाहिए सी असल च, चाहे वो मुंडा चाहे कुड़ी है, धी है बच्ची है, मतलब यही प्रवृत्ति बस भी सारा दिन खोज च लगे रहना, ना कि यूट्यूब च लगे रहना, ना कि व्हाट्सएप से लगे रहना, फालतू चीज़ां देखी जाना, है ना। यही प्रवृत्ति छड्ड के जो काम करते हैं, फिर दुनिया च वड्याई होंदी। यही गुरु जी कहते ना बार बार भी तेरी वड्याई होगी जो तू खोज करेगा अपने मन की, किसी कार च लगेगा। हुण दसो भी साइंटिस्ट ने लगे हुए ने और गुरु नाल भी जुड़े हुए ने। देखो असीं कहने साडे बच्चे नूं असीं गुरसिੱਖੀ क्यों पढ़ाईए जी, टाइम ही नहीं, बच्चे ने किताबां दा टाइम ही नहीं मिलता। असीं बच्चों 2 साल कोर्स जब मैगजीन पढ़न लगे सोचते हैं 10 मिनट लाने लगे भी टाइम ही नहीं हैगा। टीवी देख के 2-2 घंटे साडा टाइम लग जाता, उदों टाइम कित्थों निकलदा 5-5 घंटे। पर जे बच्चों नूं असीं ये चीज़ां पढ़ाउण कनी ध्यान देवांगे तां ही बच्चे जिंदगी दे विच एक चंगे इंसान बनणगे। रहाओ अमृत बोलै सदा मुख वैनी। वो सदा ही अपने मुख विचों उस अटल परमात्मा की ही गल करते हैं, भाव सच की ही गल करते हैं। परमात्मा सच है, वो सच की ही गल करते हैं, सच विच ही जुड़े रहते हैं। अमृत वेखै परखै सदा नैनी। वो अपनिया अखां नाल सदा उन्होंने सारे पासे अमृत का मतलब तत्व औंकड़ चल रही है, परमात्मा की गल हो रही है, हर पासे उन्होंने परमात्मा ही दिस रहा है। हर पासे कौन दिस रहा है? परमात्मा ही हर पासे उन्होंने दिस रहा है। हर थां उन्हों का परछावां दिखता है, उन्होंने परमात्मा की ही पहचान होती है। अमृत कथा कहे सदा दिन राती। अमृत कथा आत्मा नूं अडोल करने वाली सिक्ख्यावां दी ही वो सदा दिन रात गल करते हैं गुरु की बाणी राही। मतलब नैगेटिव गल्लां नहीं करते, हमेशा ही चंगियां गल्लां जिस नाल आत्मा शक्तिशाली होवे, आत्मा मजबूत होवे, उही विचारां की गल वो सारे किते करते हैं, अपने आप ना करते हैं। भाव अवरा आख सुनावनिया, ते होरनां नूं भी सुनाते हैं, अपने आप तो सुनाते हैं तो होरनां नूं भी सुनाते हैं। अमृत रंग रता लिव लाए। कहते वो सदा ही उस आत्मा नूं डोन दा देन वाले प्रभु के रंग विच जुड़े रहंदे हन। उस रंग विच ही लिव लगी रहंदी है, भाव कारजां विच लगे रहंदे हन। जिवें आपां भाई रवि सिंह खालसा एड वाली गल करते हैं, लगी हुए ने कारजां च, गुरु के कारज कर रहे हैं सारे। वो सारी दुनिया च गुरु की वड्याई हो रही है या नहीं हो रही? इहने गुरु की सेवा, गुरु अनुसार जीवन को बदल देना, इनू असी गुरुद्वारे के भांडे तक सीमित ना करिए। बहुत वड्डा स्कोप है, तो हर एक सिख, भाई कन्हैया जी, भाई दीप सिंह जी, बाबा दीप सिंह जी, भाई मनी सिंह जी, भाई तारो सिंह जी, जज भाई रवि सिंह खालसा एडा जो गल करते हैं, या भगत पूरन सिंह जी, मतलब हर एक सिख की पहचान इदा की होनी चाहिए है। ਤਾਂ ਹੀ ਆਪਾਂ ਸਿੱਖ ਅਖਵਾਉਣ ਦੇ ਹੱਕਦਾਰ ਹੈ। ਲਗਾਤਾਰ ਸਟੱਡੀ ਕਰੀ ਜਾਣਾ ਵੀ ਕਿਵੇਂ ਠੀਕ ਕਰਨਾ ਹੈ ਜਾਂ ਕੀ ਕੰਮ ਕਰਨਾ, ਲਗਾਤਾਰ ਸਟੱਡੀ ਕਰਨਾ ਨਹੀਂ ਹੁੰਦਾ ਵੀ ਇਕੱਲਾ ਕਿਤਾਬ ਪੜ੍ਹ ਕੇ ਸਟੱਡੀ ਹੁੰਦੀ ਹੈ, ਕੰਮ ਕਰ ਕਰਕੇ ਵੀ ਐਕਸਪੀਰੀਅੰਸ ਆਈ ਜਾਂਦਾ ਹੈ। ਕਿਸੇ ਕਾਰਜ ਨੂੰ ਕਰੀ ਜਾਂਦੇ ਆ ਨਾ, ਉਹਦਾ ਐਕਸਪੀਰੀਅੰਸ ਆਉਂਦਾ, ਉਹ ਵੀ ਸਟੱਡੀ ਕਰਨਾ ਹੀ ਹੈ। ਕੁਛ ਗਲਤੀਆਂ ਕਰਦੇ ਆ, ਫਿਰ ਉਹ ਸਿੱਖਦੇ ਆ, ਫਿਰ ਉਹਨੂੰ ਠੀਕ ਕਰਦੇ ਆ, ਫਿਰ ਕੁਛ ਨਵੀਂ ਗਲਤੀ ਹੁੰਦੀ ਹੈ, ਫਿਰ ਸਿੱਖਦੇ ਆ, ਫਿਰ ਕੁਛ ਅੱਗੇ ਜਾਂਦੇ ਆ, ਫਿਰ ਆਪਣੇ ਐਕਸਪੀਰੀਅੰਸ ਨੂੰ ਲਿਖਦੇ ਆ ਦੂਜਿਆਂ ਨੂੰ ਸਮਝਾਉਣ ਵਾਸਤੇ। ਠੀਕ ਹੈ ਜੀ। अमृत गुर प्रसादी पाए। इत्थे फिर तत्ते नौकड़ा अमृत दे
ਇਹਦੇ ਨਾਲ ਪ੍ਰਮਾਤਮਾ ਦੀ ਗੱਲ ਹੋ ਰਹੀ ਹੈ, ਸੱਚ ਦੀ ਗੱਲ ਹੋ ਰਹੀ ਹੈ। ਕਹਿੰਦੇ ਉਹ ਪ੍ਰਮਾਤਮਾ, ਉਹ ਸੱਚ ਗੁਰੂ ਦੀ ਕਿਰਪਾ ਦੁਆਰਾ ਹੀ ਪ੍ਰਾਪਤ ਹੁੰਦਾ ਹੈ, ਭਾਵ ਗੁਰੂ ਦੇ ਅਨੁਸਾਰ ਉਸ ਨਾਲ ਜੀਵਨ ਜੋੜ ਕੇ ਹੀ ਪ੍ਰਾਪਤੀ ਹੁੰਦੀ ਹੈ ਆਪਣੀ। ਅੰਮ੍ਰਿਤ ਰਸਨਾ ਬੋਲੇ ਦਿਨ ਰਾਤੀ, ਦਿਨ ਰਾਤੀ ਕਹਿੰਦੇ ਸਾਡੀ ਇਹ ਰਸਨਾ ਉਸ ਪਰਮਾਤਮਾ ਦੀਆਂ ਹੀ ਗੱਲਾਂ ਕਰਦੀ ਹੈ, ਉਸ ਦੇ ਨਿਯਮਾਂ ਦੀਆਂ, ਉਸ ਦੇ ਹੁਕਮ ਦੀਆਂ, ਉਸ ਦੇ ਚੰਗੇ ਸਿੱਖਿਆਵਾਂ ਦੀਆਂ ਗੱਲਾਂ ਹੀ, ਸੱਚ ਦੀਆਂ ਗੱਲਾਂ ਹੀ ਕਰਦੀ ਹੈ। ਇਸ ਮੂੰਹ 'ਚੋਂ ਕੋਈ ਝੂਠ ਨਹੀਂ ਨਿਕਲਦਾ, ਹਮੇਸ਼ਾ ਕੀ ਨਿਕਲਦਾ ਹੈ? ਸੱਚ ਹੀ ਨਿਕਲਦਾ ਹੈ। ਫਿਰ ਇੱਦਾਂ ਹੁੰਦਾ ਕੀ ਹੈ? ਗੁਰੂ ਜੀ ਕਹਿੰਦੇ ਮਨ ਤਨ ਅੰਮ੍ਰਿਤ ਪੀਆਵਨਿਆ। ਫਿਰ ਉਹ ਅਟਲ ਪਰਮਾਤਮਾ ਦਾ ਜੋ ਸੱਚਾ ਨਿਯਮ ਹੈ, ਸੱਚ ਹੈ, ਉਹ ਫਿਰ ਇਹ ਮਨ ਤੇ ਤਨ ਪੀਣਾ ਸ਼ੁਰੂ ਕਰ ਦਿੰਦਾ ਹੈ। ਮਨ ਵੀ ਉਸ ਦਾ ਆਨੰਦ ਮਾਣਦਾ ਉਹ ਸੱਚ ਦਾ, ਅਤੇ ਤਨ ਵੀ ਉਸ ਦਾ ਆਨੰਦ ਮਾਣਦਾ ਹੈ। ਸੋ ਕਿਛ ਕਰੇ ਜੋ ਚਿੱਤ ਨਾ ਹੋਈ। ਕਹਿੰਦੇ ਸੋ ਕਿਛ ਕਰੇ ਜੋ ਚਿੱਤ ਨਾ ਹੋਏ। ਦੇਖੋ ਪਰਮਾਤਮਾ ਇੱਥੇ ਗੁਰੂ ਸਾਨੂੰ ਫਿਰ ਆਤਮਾ ਦੀ ਸ਼ਕਤੀ ਬਖਸ਼ਦੇ ਨੇ। ਕਹਿੰਦੇ ਕਈ ਵਾਰ ਐਸੇ ਕੰਮ ਵੀ ਹੁੰਦੇ ਨੇ ਜਿਹੜੇ ਸਾਡੇ ਚਿੱਤ 'ਚ ਵੀ ਨਹੀਂ ਹੁੰਦੇ, ਚਾਹੇ ਉਹ ਪੋਜ਼ਿਟਿਵ ਵਾਲੇ ਪਾਸੇ ਨੇ ਆਪਣੇ ਹਿਸਾਬ ਨਾਲ, ਪਰਮਾਤਮਾ ਵਾਲੇ ਪਾਸੇ ਸਾਰੇ ਸਹੀ ਹੈ। ਇਨਸਾਨ ਦੇ ਹਿਸਾਬ ਨਾਲ ਗੱਲ ਕਰੀ ਜਾਏ, ਕੁਛ ਜਿਹਨੂੰ ਆਪਾਂ ਗਲਤ ਸਮਝਦੇ ਹਾਂ, ਕੋਈ ਡੈਥ ਹੋ ਗਈ, ਕੋਈ ਬਿਮਾਰੀ ਹੋ ਗਈ, ਠਮਾਰੀ ਹੋ, ਕੁਛ ਵੀ ਹੋ ਗਿਆ। ਕਹਿੰਦੇ ਕੁਛ ਵੀ ਹੋ ਸਕਦਾ। ਗੁਰੂ ਜੀ ਕਹਿੰਦੇ ਅੰਨੇ ਇਸ ਚੀਜ਼ ਲਈ ਹਮੇਸ਼ਾ ਆਪਣੇ ਮਨ ਨੂੰ ਬਣਾ ਕੇ ਰੱਖੋ, ਕੁਛ ਵੀ ਹੋ ਸਕਦਾ ਹੈ, ਪਰ ਤਿਸ ਦਾ ਹੁਕਮ ਮੇਟ ਨਾ ਸਕੈ ਕੋਈ। ਪਰ ਉਸ ਦੇ ਹੁਕਮ ਨੂੰ ਕੋਈ ਮੇਟ ਨਹੀਂ ਸਕਦਾ। ਹੁਣ ਇੱਕ ਬੰਦੇ ਨੂੰ ਕੋਈ ਬਿਮਾਰੀ ਹੋ ਗਈ, ਹੁਣ ਉਸ ਹੁਕਮ ਨੂੰ ਕਿਵੇਂ ਕਰਾਂਗੇ ਅਸੀਂ? ਉਹ ਤਾਂ ਹੋ ਚੁੱਕੀ ਨਾ। ਹੁਣ ਇਸ ਦਾ ਵੇ ਕੀ ਹੈ? ਹੁਣ ਗੁਰੂ ਜੀ ਸਾਨੂੰ ਵਾਰ-ਵਾਰ ਉਸ ਹੁਕਮ, ਉਸ ਅੰਮ੍ਰਿਤ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਤੁਸੀਂ ਕਿਹੜੇ ਕਾਰਜਾਂ 'ਚ ਲੱਗੇ ਹੋਏ ਹੋ, ਕੀ ਕਰ ਰਹੇ ਹੋ। ਪਰ ਉਸ ਦੇ ਹੁਕਮ ਨੂੰ ਮੇਟਿਆ ਨਹੀਂ ਜਾ ਸਕਦਾ, ਠੀਕ ਹੈ ਜੀ। ਪਰ ਉਸ ਦੇ ਹੁਕਮ ਨੂੰ ਸਮਝ ਕੇ ਅਸੀਂ ਆਪਣੇ ਜੀਵਨ ਨੂੰ ਵਧੀਆ ਜ਼ਰੂਰ ਬਣਾ ਸਕਦੇ ਹਾਂ। ਇੱਕ ਬੰਦਾ ਨਸ਼ਾ ਕਰਦਾ, ਨਸ਼ੇ ਦੀਆਂ ਚੀਜ਼ਾਂ ਖਾਂਦਾ ਪੀਂਦਾ, ਤਾਂ ਜੀਵਨ ਬਰਬਾਦ ਹੈ ਨਾ, ਉਹ ਆਪ ਵੀ ਖਤਮ, ਉਹਦਾ ਪਰਿਵਾਰ ਵੀ ਖਤਮ। ਪਰ ਜੇ ਹੁਕਮ ਨੂੰ ਸਮਝੀਏ, ਪ੍ਰਮਾਤਮਾ ਕਹਿੰਦਾ ਤੂੰ ਅੰਮ੍ਰਿਤ ਰੂਪੀ ਨਸ਼ਾ ਕਰ, ਭਾਵ ਚੰਗੇ ਗੁਣਾਂ ਦਾ ਨਸ਼ਾ ਕਰ, ਚੰਗੇ ਗੁਣਾਂ ਨੂੰ ਗ੍ਰਹਿਣ ਕਰਨ ਦੀ ਆਦਤ ਪਾ। ਨਸ਼ਾ ਕੀ ਹੁੰਦਾ? ਕਿਸੇ ਵੀ ਚੀਜ਼ ਦੀ ਤਲਬ ਲੱਗਣੀ ਨੂੰ ਨਸ਼ਾ ਕਹਿੰਦੇ ਆ ਆਪਾਂ। ਤਾਂ ਕਿਉਂ ਨਾ ਚੰਗੇ ਗੁਣਾਂ ਦੀ ਤਲਬ ਲੱਗੇ, ਸਾਨੂੰ ਚੰਗੇ ਕੰਮਾਂ ਦੀ ਤਲਬ ਲੱਗੇ। ਕਹਿੰਦੇ ਇਹ ਨਸ਼ੇ ਨੂੰ ਕਰ, ਇਹ ਨਾਲ ਕੀ ਹੋਊਗਾ? ਜੀਵਨ ਸੁਖੀ ਹੋ ਜਾਊਗਾ। ਨਸ਼ਾ ਤਾਂ ਨਸ਼ਾ ਹੀ ਹੈ ਨਾ। ਹੁਕਮੇ ਵਰਤੈ ਅੰਮ੍ਰਿਤ ਬਾਣੀ। ਪਰਮਾਤਮਾ ਦੀ ਜੋ ਇਹ ਅੰਮ੍ਰਿਤ ਦੇਣ ਵਾਲੀ ਜੋ ਬਾਣੀ ਹੈ, ਇਹ ਬੋਲੀ ਹੈ, ਇਹ ਵੀ ਉਸ ਦੇ ਹੁਕਮ ਵਿੱਚ ਹੀ ਚੱਲ ਰਹੀ ਹੈ। ਭਾਵ ਜੋ ਉਸਨੇ ਨਿਯਮ ਬਣਾਏ ਨੇ, ਹਰ ਇੱਕ ਚੀਜ਼ ਨਿਯਮਾਂ ਦੇ ਅਨੁਸਾਰ ਹੀ ਹੋ ਰਹੀ ਹੈ। ਹੁਕਮੇ ਅੰਮ੍ਰਿਤ ਪੀਆਵਨਿਆ। ਫਿਰ ਉਸ ਦੇ ਹੁਕਮ ਵਿੱਚ ਹੀ ਉਹ ਪਰਮਾਤਮਾ ਰੂਪੀ, ਸੱਚ ਰੂਪੀ ਅੰਮ੍ਰਿਤ ਸਾਨੂੰ ਪੀਣ ਨੂੰ ਮਿਲਦਾ ਹੈ, ਪਿਆਇਆ ਜਾਂਦਾ ਹੈ। ਗੱਲ ਕੀ ਹੈ? ਅਸੀਂ ਹੁਕਮ ਨੂੰ ਆਪਣੇ ਅੰਦਰ ਸਮਝਣਾ ਹੈ, ਸਮਝਿਆ ਜਾਊਗਾ ਗੁਰੂ ਦੀਆਂ ਸਿੱਖਿਆਵਾਂ ਦੇ ਅਨੁਸਾਰ, ਫਿਰ ਸਾਡਾ ਅੰਦਰ ਵੀ ਅੰਮ੍ਰਿਤ ਬਣ ਜਾਊਗਾ। ਅਜਬ ਕੰਮ ਕਰਤੇ ਹਰ ਕੇਰੇ। ਗੁਰੂ ਜੀ ਕਹਿੰਦੇ ਪ੍ਰਮਾਤਮਾ ਤੇਰੇ ਤਾਂ ਕੰਮ ਬੜੇ ਅਜਬ ਨੇ, ਭਾਵ ਜਿਨ੍ਹਾਂ ਦੀ ਸਾਨੂੰ ਸਾਡੀ ਸਮਝ ਤੋਂ ਬਾਹਰ ਦੀ ਗੱਲ ਹੈ ਵੀ ਐਸੇ ਤੇਰੇ ਕੰਮ ਨੇ, ਐਸਾ ਤੇਰਾ ਸਾਰਾ ਸਿਸਟਮ ਹੈ। ਗੁਰੂ ਜੀ ਕਹਿੰਦੇ ਇਹ ਮਨ ਭੁੱਲਾ ਜਾਂਦਾ ਫੇਰੇ। ਪਰ ਇਹ ਮਨ ਭੁੱਲ ਕੇ ਇੱਧਰ ਉੱਧਰ ਹੀ ਭਟਕੀ ਜਾਂਦਾ, ਫੇਰਿਆਂ 'ਚ ਪਿਆ ਹੋਇਆ ਹੈ ਮਨ। ਸਾਰਾ ਚੀਜ਼ ਬ੍ਰਹਿਮੰਡ ਪਰਮਾਤਮਾ ਚਲਾ ਰਿਹਾ ਹਰ ਇੱਕ ਚੀਜ਼ ਨੂੰ, ਪਰ ਆਪਣਾ ਮਨ ਫਿਰ ਉਸ ਪਰਮਾਤਮਾ ਦੇ ਹੁਕਮ ਨੂੰ ਛੱਡ ਕੇ ਵਹਿਮਾਂ ਭਰਮਾਂ ਹੋਰ ਦੌੜਾਂ ਵਿੱਚ ਲੱਗਿਆ ਹੋਇਆ ਹੈ। ਅੰਮ੍ਰਿਤ ਬਾਣੀ ਸਿਉ ਚਿੱਤ ਲਾਏ। ਗੁਰੂ ਜੀ ਕਹਿੰਦੇ ਆਪਣੇ ਚਿੱਤ ਨੂੰ ਪਰਮਾਤਮਾ ਦੀ ਅੰਮ੍ਰਿਤ ਬਾਣੀ ਵਿੱਚ ਲਗਾ ਲਓ। ਜਿਹੜੀ ਆਤਮਾ ਨੂੰ ਡੋਲ ਕਰਦੀ ਹੈ ਨਾ ਬਾਣੀ, ਸ਼ਬਦ, ਉਸ ਦੇ ਵਿੱਚ ਆਪਣੇ ਮਨ ਨੂੰ ਜੋੜ ਲਵੋ, ਚਿੱਤ ਨੂੰ ਜੋੜ ਲਵੋ। ਅੰਮ੍ਰਿਤ ਸ਼ਬਦ ਵਜਾਵਨਿਆ। ਫਿਰ ਕੀ ਹੁੰਦਾ ਹੈ? ਅੰਮ੍ਰਿਤ ਰੂਪੀ ਸ਼ਬਦ ਸਾਡੇ ਅੰਦਰ ਵੱਜਣਾ ਸ਼ੁਰੂ ਕਰ ਦਿੰਦਾ। ਜਦੋਂ ਚਿੱਤ ਜੁੜ ਜਾਂਦਾ ਨਾ, ਫਿਰ ਉਹਦੇ ਵਾਜੇ ਵੱਜਣੇ ਸ਼ੁਰੂ ਹੋ ਜਾਂਦੇ ਨੇ ਅੰਮ੍ਰਿਤ ਰੂਪੀ, ਜਿਹਨੂੰ ਆਪਾਂ ਅਨਹਦ ਨਾਦ ਕਹਿੰਦੇ ਆ। ਗੁਰਬਾਣੀ 'ਚ ਕਿੰਨੀ ਵਾਰ ਆਇਆ, ਹੋਰ ਕੋਈ ਚੀਜ਼ ਨਹੀਂ।
ਸ਼ਬਦ ਚੱਲਣਾ ਸ਼ੁਰੂ ਹੋ ਜਾਂਦਾ, ਸੱਚ ਚੱਲਣਾ ਸ਼ੁਰੂ ਹੋ ਜਾਂਦਾ। ਖੋਟੇ ਖਰੇ ਤੁਧ ਆਪ ਉਪਾਏ। ਇਸ ਦੁਨੀਆ ਦੇ ਵਿੱਚ ਚਾਹੇ ਕੋਈ ਖੋਟਾ ਹੈ ਚਾਹੇ ਖਰਾ ਹੈ, ਸਾਰੇ ਪਰਮਾਤਮਾ ਦੇ ਹੀ ਪੈਦਾ ਕੀਤੇ ਹੋਏ ਹਨ। ਇਹਦੇ ਦੁਆਰਾ ਸਾਨੂੰ ਕੀ ਸਮਝ ਮਿਲਦੀ ਹੈ, ਜੇ ਆਪਾਂ ਇੱਥੇ ਗੱਲ ਕਰੀਏ ਵੀ ਭਾਵ ਕਿਸੇ ਦੇ ਨਾਲ ਈਰਖਾ ਜਾਂ ਕਿਸੇ ਦੇ ਨਾਲ ਮਾੜਾ ਵਰਤਾਵ ਨਾ ਕਰੋ। ਜੇ ਕੋਈ ਬੰਦਾ, ਜਿਵੇਂ ਆਪਾਂ ਵੀ ਕਰ ਦਿੰਦੇ ਹਾਂ ਨਾ, ਜੇ ਕੋਈ ਬੰਦਾ ਗਲਤ ਕੰਮ ਕਰ ਦਿੰਦਾ, ਆਪਾਂ ਉਸ ਨੂੰ ਜ਼ਿਆਦਾ ਹੀ ਨੀਵਾਂ, ਦੇਖੋ ਸਮਝਾਉਣਾ ਇੱਕ ਅਲੱਗ ਗੱਲ ਹੈ, ਪਰ ਉਸ ਨੂੰ ਨੀਵਾਂ ਦਿਖਾਉਣਾ ਇੱਕ ਅਲੱਗ ਗੱਲ ਹੈ। ਦੋਨਾਂ 'ਚ ਫਰਕ ਹੈ। ਸਮਝਾਉਣਾ ਇੱਕ ਅਲੱਗ ਗੱਲ ਹੈ, ਪਰ ਕਿਸੇ ਵਿਅਕਤੀ ਨੂੰ ਨੀਵਾਂ ਦਿਖਾਉਣਾ ਭਾਵ ਉਸ ਦੀ ਨਿੰਦਿਆ ਕਰਨਾ ਇੱਕ ਅਲੱਗ ਚੀਜ਼ ਹੈ। ਉਹ ਕਹਿੰਦੇ ਨਿੰਦਿਆ ਨਹੀਂ ਕਰਨੀ। ਇਹ ਖੋਟੇ ਖਰੇ ਪਰਮਾਤਮਾ ਦੇ ਹੀ ਪੈਦਾ ਕੀਤੇ ਹੋਏ ਹਨ। ਜੇ ਤੈਨੂੰ ਖਰਾ ਬਣਾਇਆ, ਤੂੰ ਬਾਕੀਆਂ ਨੂੰ ਵੀ ਖਰਾ ਬਣਾਉਣ ਦੀ ਮਿਹਨਤ ਕਰ, ਨਾ ਕਿ ਉਹਨਾਂ ਦੀ ਬੁਰਾਈ ਕਰਨ 'ਚ ਸਮਾਂ ਖਰਾਬ ਕਰ। ਤੁਧ ਆਪੇ ਪਰਖੇ ਲੋਕ ਸਵਾਏ। ਸਾਰਿਆਂ ਦੀ ਪਰਖ ਵੀ ਪਰਮਾਤਮਾ ਫਿਰ ਆਪ ਹੀ ਕਰਦਾ, ਉਹਨਾਂ ਦੀ ਕਰਤੂਤਾਂ ਨੂੰ ਪਰਖਦਾ ਵੀ ਆਪ ਹੀ ਹੈ। ਫਿਰ ਆਪਾਂ ਕਈ ਵਾਰੀ ਆਪਣੇ ਨੂੰ ਖਰੇ ਸਮਝਦੇ, ਦੂਜੇ ਨੂੰ ਖੋਟੇ ਸਮਝਦੇ ਹਾਂ, ਪਰ ਇਹਦੀ ਪਰਖ ਤਾਂ ਪਰਮਾਤਮਾ ਨੇ ਕਰਨੀ ਹੈ ਵੀ ਕੌਣ ਖੋਟਾ ਕੌਣ ਖਰਾ। ਖਰੇ ਪਰਖ ਖਜ਼ਾਨਾ ਪਾਹੇ। ਜਿਹੜੇ ਖਰੇ, ਜਿਹੜੇ ਪਰਮਾਤਮਾ ਦੇ ਸ਼ਬਦ ਦੇ ਅਨੁਸਾਰ ਖਰੇ ਨੇ, ਆਪਣੇ ਆਪ ਨੂੰ ਖਰੇ ਸਮਝਣ ਵਾਲੇ ਖਰਿਆਂ ਦੀ ਗੱਲ ਨਹੀਂ ਹੋ ਰਹੀ, ਕਿਉਂਕਿ ਆਪਣੇ ਨੂੰ ਤਾਂ ਸਾਰੇ ਸਿਆਣੇ ਸਮਝਦੇ ਨੇ। ਜਿਹੜੇ ਪਰਮਾਤਮਾ ਗੁਰੂ ਦੀ ਸਿੱਖਿਆ ਦੇ ਅਨੁਸਾਰ ਖਰੇ ਨੇ, ਉਹਨਾਂ ਦਾ ਗੁਰੂ ਪਰਮਾਤਮਾ ਕਬੂਲ ਕਰਕੇ, ਭਾਵ ਕਬੂਲ ਕਰਨਾ ਮਤਲਬ ਉਹਨਾਂ ਨੂੰ ਇੱਕ ਰਾਹ 'ਤੇ ਪਾ ਦਿੰਦਾ ਹੈ, ਉਹਨਾਂ ਨੂੰ ਇੱਕ ਉਦੇਸ਼ 'ਤੇ ਪਾ ਦਿੰਦਾ, ਕੋਈ ਖੋਜਾਂ 'ਚ, ਉਹ ਆਪਣਾ ਜੀਵਨ ਵਧੀਆ ਬਣਾ ਲੈਂਦੇ ਨੇ। ਠੀਕ ਹੈ ਜੀ। ਖਜ਼ਾਨਾ ਪਾਏ ਦਾ ਮਤਲਬ ਉਹਨਾਂ ਦੇ ਅੰਦਰ ਖਜ਼ਾਨਾ ਭਰ ਦਿੱਤਾ ਜਾਂਦਾ ਹੈ, ਭਰ ਜਾਂਦਾ ਹੈ। ਉਹ ਜੀਵਨ ਦੇ ਵਿੱਚ ਕੁਝ ਲੱਗ ਜਾਂਦੇ ਨੇ ਕਾਰਜਾਂ ਦੇ ਵਿੱਚ। ਕਈ ਵਿਅਕਤੀ ਅੱਜ ਦੇਖਦੇ ਹਾਂ, ਜਿਵੇਂ ਡਾਕਟਰ ਰਵਿੰਦਰਪਾਲ ਸਿੰਘ ਜੀ ਨੇ, ਠੀਕ ਹੈ ਜੀ, ਜਾਂ ਬੀਬੀ ਇੰਦਰਜੀਤ ਕੌਰ ਨੇ, ਲੱਗੀ ਹੋਏ ਨੇ ਨਾ ਇਹ ਭਗਤ ਪੂਰਨ ਸਿੰਘ ਜੀ ਤੋਂ ਬਾਅਦ, ਜਾਂ ਕੋਈ ਹੋਰ ਨੇ ਜਿਹਨਾਂ ਨੂੰ ਆਪਾਂ ਨਹੀਂ ਜਾਣਦੇ ਹੈਗੇ। ਐ ਨਹੀਂ ਹੈ ਕਿ ਨਹੀਂ ਹੈ, ਬਹੁਤ ਨੇ, ਹਜ਼ਾਰਾਂ ਨੇ, ਲੱਖਾਂ ਨੇ ਜਿਹੜੇ ਲੱਗੇ ਹੋਏ ਨੇ, ਭਾਵਾਂ ਨੂੰ ਖਜ਼ਾਨੇ 'ਚ ਪਾ ਰੱਖਿਆ ਪਰਮਾਤਮਾ ਨੇ। ਖੋਟੇ ਭਰਮ ਭੁਲਾਵਣਿਆ। ਜਿਹੜੇ ਖੋਟੇ ਨੇ, ਜਿਹੜਿਆਂ ਨੇ ਮੱਤ ਨੂੰ ਆਪਣੀ ਖੋਟੀ ਰੱਖਿਆ, ਨਹੀਂ ਸਮਝਣ ਵਾਲੇ ਪਾਸੇ ਗਏ, ਉਹ ਫਿਰ ਵਿਸ਼ਿਆਂ ਵਿਕਾਰਾਂ ਵੀ ਜ਼ਿੰਦਗੀ ਭੋਗ ਕੇ ਉਹਨਾਂ ਵਿੱਚ ਗਲਤਾਨ ਹੋ ਕੇ ਆਪਣੇ ਆਪ ਨੂੰ ਠੀਕ ਸਮਝ ਕੇ ਇੱਥੋਂ ਜੀਵਨ ਗੁਜ਼ਾਰ ਕੇ ਚਲੇ ਜਾਂਦੇ ਨੇ। ਫਿਰ ਨਾ ਉਹਨਾਂ ਨੂੰ ਪੁੱਛਦਾ, ਨਾ ਕੋਈ ਜਾਤ ਪੁੱਛਦਾ, ਨਾ ਕੋਈ ਪੱਤ ਪੁੱਛਦਾ। ਠੀਕ ਹੈ। ਇੱਕ ਵਾਰ ਭੋਗ ਪੈ ਕੇ ਮੁੜ ਕੇ ਕੋਈ ਉਹਨਾਂ ਦੇ ਘਰ ਨਹੀਂ ਵੜਦਾ ਦੁਆਰਾ ਜਾ ਕੇ, ਅਤੇ ਸਾਰੇ ਲੋਕ ਉਹਨਾਂ ਨੂੰ ਪਿੱਛੇ ਥੂ ਥੂ ਹੀ ਕਰਦੇ ਨੇ। ਕਿਉਂ ਕਰ ਵੇਖਾਂ ਕਿਉਂ ਸਾ ਲਾਹੀ। ਗੁਰੂ ਜੀ ਕਹਿੰਦੇ, ਹੇ ਕਰਤਾਰ, ਮੈਂ ਤੇਰਾ ਦੱਸ ਕਿਸ ਤਰ੍ਹਾਂ ਤੇਰੇ ਦਰਸ਼ਨ ਕਰਾਂ, ਕਿਵੇਂ ਤੇਰੀ ਸਿਫਤ ਸਲਾਹ ਕਰਾਂ। ਕਿਉਂ ਕਰ ਵੇਖਾਂ ਕਿਉਂ ਸਾ ਲਾਹੀ, ਕਿਵੇਂ ਮੈਂ ਤੈਨੂੰ ਦੇਖ ਸਕਦਾ ਹਾਂ ਪਰਮਾਤਮਾ, ਕਿਵੇਂ ਮੈਂ ਤੇਰੀ ਸਿਫਤ ਸਲਾਹ ਕਰ ਸਕਦਾ ਹਾਂ। ਦੇਖੋ ਇੱਥੇ ਫਰਕ ਹੈ। ਹੁਣ ਜੇ ਲੋਕਾਂ ਦੇ ਹਿਸਾਬ ਨਾਲ ਸੁਣੀਏ, ਜਿਵੇਂ ਲੋਕ ਕਹਿੰਦੇ ਨੇ ਬਸ ਵਾਹਿਗੁਰੂ ਵਾਹਿਗੁਰੂ ਕਰੀ ਚੱਲੋ ਜੀ, ਇਹੀ ਸਿਫਤ ਸਲਾਹ ਹੈ। ਇੱਥੇ ਗੁਰੂ ਜੀ ਕੁਐਸਚਨ ਕਰ ਰਹੇ ਨੇ। ਦੇਖੋ ਹੈਰਾਨੀ ਵਾਲੀ ਗੱਲ, ਹੁਣ ਸਮਝਣ ਦੀ ਲੋੜ ਹੈ ਇੱਥੇ ਕਹਾਣੀ ਦੀ, ਕਿਉਂਕਿ ਜੇ ਸਮਝ ਆਊਗੀ ਤਾਂ ਗੜਬੜ ਨਹੀਂ ਹੋਊਗੀ। ਜਿਵੇਂ ਅੱਜ ਦੇ ਅਖਬਾਰ 'ਚ ਆਪਾਂ ਕੀ ਪੜ੍ਹ ਰਹੇ ਹਾਂ, 2-3 ਵਿਅਕਤੀ ਭਾਜਪਾ ਸ਼ਾਮਲ ਹੋ ਗਏ, ਸਿੱਖ ਗੁਰਸਿੱਖ ਬੰਦੇ। ਜੇ ਆਪਾਂ ਕਹੀਏ ਸਿੱਖ ਬੰਦੇ ਜਿਹੜੇ ਕਹਾਉਂਦੇ ਨੇ, ਗੁਰਸਿੱਖ ਨਹੀਂ, ਗੁਰੂ ਦਾ ਸਿੱਖ ਨਹੀਂ ਹੁੰਦਾ। ਹੁਣ ਸਮਝ ਆ ਮੈਂ ਕਿੱਥੇ ਜਾਣਾ। ਸਿੱਖ ਕਹਾਉਣ ਵਾਲੇ, ਅਖੌਤੀ ਸਿੱਖ ਕਹਾਉਣ ਵਾਲੇ, ਜਿਹੜੇ ਕਹਿੰਦੇ ਗੁਰੂ ਕੀ ਕਾਂਸ਼ੀ ਪਤਾ ਨਹੀਂ ਕਿੱਥੇ ਕਿੱਥੇ ਚਾਂਸਲਰ ਵੀ ਰਹੇ ਨੇ। ਅੱਜ ਦੇ ਅਖਬਾਰ 'ਚ ਖਬਰ ਲੱਗੀ ਹੋਈ ਹੈ। ਕਿਉਂ? ਲਾਲਚ। ਇਹ ਲਾਲਚੀ ਲੋਕ ਨੇ ਜਿਹੜੇ ਸ਼ੁਰੂ ਤੋਂ ਨਾ ਜੋਕਾਂ ਵਾਂਗੂ ਚਿੰਬੜੇ ਹੋਏ ਨੇ ਗੁਰੂ ਘਰਾਂ ਨੂੰ। ਜਿੱਥੇ ਫਿਰ ਮੌਕਾ ਮਿਲਦਾ ਹੈ, ਮੌਕਾ ਪ੍ਰਸਤੀ ਤਰ੍ਹਾਂ ਉੱਥੇ ਜਾ ਕੇ ਚਿੰਬੜ ਜਾਂਦੇ ਨੇ। ਤਾਂ ਹੀ ਅੱਜ ਸਾਨੂੰ ਵੱਧ ਗੁਰੂ ਬਾਣੀ ਨੂੰ ਪੜ੍ਹਨ ਕੇ ਸਮਝ ਕੇ ਆਪਣਾ ਜੀਵਨ ਬਣਾਉਣ ਦੀ ਲੋੜ ਹੈ। ਕਿਉਂਕਿ ਐਂ ਲਾ ਲਓ ਕਿ ਸਾਡੇ ਹਰ ਇੱਕ ਵਿਅਕਤੀ ਇਹ ਸਮਝੇ ਕਿ ਮੇਰੀ ਹੀ ਜ਼ਿੰਮੇਵਾਰੀ ਹੈ ਚੰਗਾ ਇਨਸਾਨ ਬਣ ਕੇ ਅੱਗੇ ਚੰਗੀ ਚੀਜ਼ ਦੱਸਣ ਦੀ। ਅਸੀਂ ਗੁਰਬਾਣੀ ਨੂੰ ਵੱਧ ਤੋਂ ਵੱਧ ਪੜ੍ਹਾਂਗੇ। ਪਹਿਲਾਂ ਹੋਏ ਜੇ ਕਾਰਜ ਆਪ ਵੀ ਕਰਨੇ ਪੈਣਗੇ ਚੰਗੇ ਦੇ, ਅਤੇ ਅਡੋਲਤਾ ਮਹਿਸੂਸ ਕਰਾਉਣੀ ਪਊਗੀ ਸਾਰਿਆਂ ਨੂੰ, ਵੀ ਆਤਮਕ ਅਡੋਲਤਾ। ਹੁਣ ਭਾਈ ਜਰਨੈਲ ਸਿੰਘ ਜੀ ਦੀ ਗੱਲ ਕਰਦੇ ਪਿੰਡ ਵਾਲਿਆਂ ਦੀ। ਫਿਰ ਉਹੀ ਗੱਲ, ਕਿੰਨੀਆਂ ਕੁਛ ਉਹਨਾਂ ਨੂੰ ਦੇਣ ਦੀ ਕੋਸ਼ਿਸ਼ ਕੀਤੀ ਸਰਕਾਰਾਂ ਨੇ। ਜੇ ਆਪਾਂ ਸੈਂਟਰ ਦੀ ਗੱਲ ਕਰੀਏ, ਇੰਦਰਾ ਗਾਂਧੀ ਵਰਗੀ ਨੇ ਬਥੇਰਾ ਕੁਛ ਕਹਿਤਾ ਸੀ ਵੀ ਤੈਨੂੰ ਬਾਹਰ ਅਸੀਂ ਲੈ ਦਿੰਦੇ ਹਾਂ, ਤੈਨੂੰ ਇੰਨਾ ਪੈਸਾ ਦੇ ਦਿੰਦੇ ਹਾਂ, ਤੂੰ ਬਾਹਰ ਨਿਕਲ ਜਾ ਇੱਥੋਂ ਦੇਸ਼ 'ਚੋਂ। ਕਿਹਾ ਹੀ ਸੀ। ਕਿੰਨਿਆਂ ਨੇ ਲਾਲਚ ਦਿੱਤੇ ਵੀ ਸਾਡੇ ਚੀਜ਼ਾਂ ਨੂੰ ਤੂੰ ਮੌਜਾਂ ਕਰ।
ਜਦ ਕਿ ਉਸ ਵਿਅਕਤੀ ਨੂੰ ਪਤਾ ਸੀ ਕਿ ਮੇਰੀ ਮੌਤ ਹੋਣੀ ਹੈ, ਮੈਨੂੰ ਮਾਰਿਆ ਜਾਊਗਾ। ਜੇ ਉਹ ਸਿਰਫ ਮੌਤ ਨੂੰ, ਇਹ ਜਿਹੜੀਆਂ ਚੀਜ਼ਾਂ ਆਪਾਂ ਦੁੱਖ ਦੇਖਦੇ, ਹੈ ਤਾਂ ਦੁੱਖ ਨਾ, ਮੌਤ, ਪਰਿਵਾਰ ਵੀ ਮਾਰਿਆ ਜਾਂਦਾ, ਕਿੰਨਾ ਕੁਛ ਹੁੰਦਾ, ਇਹ ਦੁੱਖ ਹੈ ਨਾ, ਮਰਨਾ ਹੀ ਦੁੱਖ ਹੈ ਇੱਕ। ਜੇ ਉਹ ਦੁੱਖ ਦੀ, ਕਿੱਡਾ ਵੱਡਾ ਦੁੱਖ, ਸਭ ਤੋਂ ਵੱਡਾ ਦੁੱਖ ਮਰਨਾ ਸਮਝਦੇ ਹਾਂ ਆਪਾਂ। ਜੇ ਦੁੱਖ ਦੀ ਗੱਲ ਕਰੀਏ ਤਾਂ ਉਹ ਵੀ ਨਿਕਲ ਸਕਦੇ ਸੀ, ਤਾਂ ਹੁੰਦੀਆਂ ਗੱਲਾਂ ਨੇ, ਪਰ ਨਹੀਂ। ਆਪਣਾ ਜੀਵਨ, ਇੱਕ ਤਾਂ ਹੁੰਦਾ ਲੋਕ ਭਰਮ ਦੇ ਵਿੱਚ ਪਏ ਹੁੰਦੇ ਨੇ, ਜਿਵੇਂ ਆਪਾਂ ਕੀ ਕਹਿੰਦੇ ਆਤਮਘਾਤੀ, ਅੱਤਵਾਦੀ ਬਣਾ ਦਿੰਦੇ ਜਾਂਦੇ ਨੇ ਬੰਦੇ। ਇੱਕ ਤਾਂ ਉਹ ਤਰ੍ਹਾਂ ਦੇ ਵਿਅਕਤੀ ਹੁੰਦੇ ਨੇ ਵੀ ਉਹਨਾਂ ਦੇ ਮਨ ਨੂੰ ਬ੍ਰੇਨ ਵਾਸ਼ ਕੀਤਾ ਜਾਂਦਾ। ਇੱਕ ਵਿਅਕਤੀ ਹੁੰਦੇ ਨੇ ਲੋਕਾਂ ਲਈ ਕੁਛ ਕਰਨਾ ਚਾਹੁੰਦੇ ਨੇ। ਫਰਕ ਹੈ ਦੋਨੇ ਚੀਜ਼ਾਂ 'ਚ। ਤਾਂ ਭਾਈ ਜਰਨੈਲ ਸਿੰਘ ਜੀ ਨੇ ਜਿਹੜੀਆਂ ਆਪਾਂ ਗੱਲਾਂ ਕਰਦੇ ਹਾਂ, ਜਿਹੜਾ ਆਪਣਾ ਅਨੰਦਪੁਰ ਸਾਹਿਬ ਦਾ ਮਤਾ ਸੀ, ਉਹ ਸਾਰੀਆਂ ਸਹੀ ਗੱਲਾਂ ਸੀਗੀਆਂ। ਜਿਹੜਾ ਅਕਾਲੀਆਂ ਨੇ ਚੱਕਿਆ ਸੀ, ਆ ਬਾਦਲਾਂ ਨੇ, ਜਿਹੜੇ ਪਿੱਛੇ ਹਟ ਗਿਆ ਆਪ ਤਾਂ ਬਾਅਦ 'ਚ। ਅਤੇ ਫਿਰ ਸਿਆਸੀ ਰੋਟੀਆਂ ਵੀ ਇਹ ਲੋਕ ਸੇਕ ਰਹੇ ਨੇ, ਅੱਜ ਮੌਜਾਂ ਕਰ ਰਹੇ ਨੇ। ਠੀਕ ਹੈ ਜੀ, ਸਾਨੂੰ ਸਮਝਣ ਦੀ ਲੋੜ ਹੈ ਕਿ ਕੌਮ ਦੇ ਸੱਚੇ ਲੋਕ ਕੌਣ ਨੇ, ਗਦਾਰ ਲੋਕ ਕੌਣ ਨੇ, ਸਾਨੂੰ ਬੜੀ ਸਮਝਣ ਦੀ ਲੋੜ ਹੈ। ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਮਨ ਦੇ ਵਿੱਚੋਂ ਪੈਸੇ ਦਾ, ਉਹ ਸੁੱਖਾਂ ਦਾ ਲਾਲਚ ਛੱਡਣਾ ਪਊਗਾ। ਗੁਰੂ ਜੀ ਕਹਿੰਦੇ ਨੇ ਨਾ, ਕਿਹੜਾ ਸ਼ਬਦ ਆਉਂਦਾ ਉਹ, ਜੀਵਨ ਕੀ ਛੱਡ ਆਸ, ਪਹਿਲਾ ਮਰਨ ਆਉਂਦਾ ਨਾ ਸ਼ਬਦ। ਸਭ ਤੋਂ ਪਹਿਲਾਂ ਤਾਂ ਆਪਣੇ ਆਪ ਨੂੰ ਜੀਵਤ ਮਰਨਾ ਸਮਝਣਾ ਪਊਗਾ ਵੀ ਕੁਛ ਵੀ ਹੋਵੇ, ਮੈਂ ਆਪਣੀ ਖੋਜ 'ਚ ਲੱਗੇ ਰਹਿਣਾ, ਮੈਂ ਆਪਣੇ ਕਾਰਜਾਂ 'ਚ ਲੱਗੇ ਰਹਿਣਾ। ਫਿਰ ਅਸੀਂ ਸੁੱਖਾਂ ਵਾਸਤੇ ਸਿੱਧੇ ਰਸਤਾ ਨੂੰ ਤਿਆਗ ਦਿੰਦੇ ਹਾਂ। ਫਿਰ ਐਂਡ 'ਚ ਮਿਲਦਾ ਤਾਂ ਕੁਛ ਵੀ ਨਹੀਂ ਹੈ। ਫਿਰ ਕਿਹੜਾ ਨਹੀਂ ਮੌਤ ਹੁੰਦੀ, ਕੋਈ ਕਰੋਨਾ ਕਰਕੇ ਮਰੀ ਜਾਂਦਾ, ਕੋਈ ਐਕਸੀਡੈਂਟਾਂ 'ਚ ਮਰੀ ਜਾਂਦਾ, ਕੋਈ ਬਿਮਾਰੀ ਕਰਕੇ ਮਰੀ ਜਾਂਦਾ। ਮੌਤ ਤਾਂ ਫਿਰ ਵੀ ਹੋਏ ਰਹੀ ਹੈ, ਮੌਤ ਤਾਂ ਫਿਰ ਵੀ ਹੋਈ ਰਹੀ ਹੈ ਨਾ। ਜੇ ਭਾਈ ਤਾਰੂ ਸਿੰਘ ਜੀ ਕੌਮ ਲਈ ਸ਼ਹੀਦੀ ਪ੍ਰਾਪਤ ਨਾ ਕਰਦੇ, ਮਤਲਬ ਅਸੂਲਾਂ ਲਈ, ਮੈਂ ਕੌਮ ਵਰਡ ਯੂਜ਼ ਨਹੀਂ ਕਰਾਂਗਾ, ਸਿੱਖੀ ਸਿਧਾਂਤਾਂ ਲਈ ਸ਼ਹੀਦੀ ਪ੍ਰਾਪਤ ਨਾ ਕਰਦੇ, ਕੀ ਅਸੀਂ ਅੱਜ ਉਹਨੂੰ ਯਾਦ ਕਰਨਾ ਸੀਗਾ? ਸ਼ਾਇਦ ਸਾਨੂੰ ਪਤਾ ਵੀ ਨਹੀਂ ਹੋਣਾ ਸੀ ਭਾਈ ਤਾਰੂ ਸਿੰਘ ਕੌਣ ਨੇ। ਕਿਉਂਕਿ ਬਹੁਤ ਸਿੱਖ ਹੋਏ ਨੇ ਜੀਵਨ ਗੁਜ਼ਾਰ ਕੇ ਗਏ ਨੇ, ਪਤਾ ਵੀ ਨਹੀਂ ਹੋਣਾ ਸੀ ਸਾਨੂੰ। ਪਰ ਕੁਛ ਕਾਰਜ ਕੀਤੇ ਤਾਂ ਹੀ ਪਤਾ ਨਾ ਵੀ ਹੈਗੇ ਸੀ ਕੋਈ। ਕਰਤਾਰ ਸਿੰਘ ਸਰਾਭਾ 19 ਸਾਲ ਦੀ ਉਮਰ 'ਚ ਜੇ ਕੁਛ ਕਾਰਜ ਕੀਤੇ ਨੇ ਤਾਂ ਹੀ ਯਾਦ ਕਰਦੇ ਆ ਨਾ। ਤਾਂ ਸਮਝੋ, ਸਾਨੂੰ ਕੁਝ ਕਾਰਜ ਕਰਨੇ ਚਾਹੀਦੇ ਨੇ, ਪਰ ਸੱਚ ਵਾਲੇ, ਝੂਠ ਵਾਲੇ ਨਹੀਂ, ਸੱਚ ਵਾਲੇ। ਗੁਰੂ ਦੇ ਅਨੁਸਾਰ ਆਪਣੇ ਜੀਵਨ ਨੂੰ ਸਾਨੂੰ ਬਦਲ ਕੇ ਲਗਾਤਾਰ ਲੱਗ ਜਾਣਾ ਚਾਹੀਦਾ। TV ਆਪਾਂ ਬੰਦ ਕਰ ਦਈਏ ਤਾਂ ਵਧੀਆ ਗੱਲ ਹੈ, ਮੋਬਾਇਲਾਂ ਨੂੰ ਛੱਡ ਦਈਏ, ਵਧੀਆ ਗੱਲ ਹੈ। ਜਿਹੜਾ ਆਨੰਦ TV 'ਚ ਆਉਂਦਾ ਨਾ ਦੇਖ ਕੇ, ਉਹੀ ਆਨੰਦ ਸਾਨੂੰ ਗੁਰਬਾਣੀ 'ਚ, ਸਾਨੂੰ ਸਾਡੀ ਖੋਜ 'ਚ ਆਉਣ ਲੱਗ ਜਾਓ, ਸਾਡੀ ਕਿਤਾਬਾਂ ਜਿਹੜੀ ਸੀ ਖੋਜੀ ਪ੍ਰਵਿਰਤੀ ਬਣ ਜਾਵੇ। ਫਿਰ ਦੇਖੋ ਜੀਵਨ 'ਚ ਪਰਿਵਰਤਨ ਗ੍ਰੇਟ ਹੁੰਦੇ। ਫਿਰ ਦੇਖੋ ਜੀਵਨ ਦੇ ਕੀ ਲੀਹਾਂ 'ਤੇ ਤੁਰਦਾ ਜੀਵਨ। ਕਹਿੰਦੇ ਮੈਂ ਕਿਵੇਂ ਦੇਖਾਂ ਪਰਮਾਤਮਾ ਨੂੰ, ਕਿਵੇਂ ਸਿਫਤ ਸਲਾਹ ਕਰਾਂ? ਗੁਰੂ ਜੀ ਕਹਿੰਦੇ, ਗੁਰ ਪ੍ਰਸਾਦੀ ਸ਼ਬਦ ਸਲਾਹੀ। ਗੁਰੂ ਦੀ ਕਿਰਪਾ ਅਨੁਸਾਰ, ਗੁਰੂ ਦੇ ਦੱਸੇ ਹੋਏ ਸ਼ਬਦਾਂ ਦੀ ਜੋ ਸਿੱਖਿਆ ਹੈ, ਉਹਦੇ ਅਨੁਸਾਰ ਹੀ ਇਹ ਕਾਰਜ ਹੋ ਸਕਦਾ ਹੈ। ਗੁਰੂ ਦੇ ਰਸਤੇ 'ਤੇ ਤੁਰ ਕੇ, ਜੋ ਗੁਰੂ ਸਾਹਿਬ ਨੇ ਰਸਤਾ ਦਿਖਾ ਰਹੇ ਨੇ ਗੁਰਬਾਣੀ ਰਾਹੀਂ, ਸ਼ਬਦ ਰਾਹੀਂ, ਜੋ ਸ਼ਬਦ ਨੂੰ ਅਸੀਂ ਮਨ ਵਿੱਚ ਵਸਾਵਾਂਗੇ, ਕਹਿੰਦੇ ਫਿਰ ਉਸ ਪਰਮਾਤਮਾ ਨੂੰ ਵੇਖ ਵੀ ਸਕਦੇ ਹਾਂ, ਉਹਦੀ ਸਿਫਤ ਸਲਾਹ ਵੀ ਕਰ ਸਕਦੇ ਹਾਂ। ਤੇਰੇ ਭਾਣੇ ਵਿੱਚ ਅੰਮ੍ਰਿਤ ਵਸੈ, ਹੇ ਪਰਮਾਤਮਾ, ਜਦੋਂ ਮੈਂ ਤੇਰੇ ਭਾਣੇ ਨੂੰ ਮੰਨਦਾ ਹਾਂ, ਉਸ ਵਿੱਚ ਹੀ ਸੱਚ ਵਸ ਰਿਹਾ ਹੈ। ਹੁਣ ਭਾਣਾ ਕੀ ਹੈ? ਜੋ ਪਰਮਾਤਮਾ ਚਾਹੁੰਦਾ। ਹੁਣ ਪਰਮਾਤਮਾ ਚਾਹੁੰਦਾ ਕੀ, ਆਪਾਂ ਸਭ ਨੂੰ ਪਤਾ, ਜੇ ਆਪਾਂ ਇਮਾਨਦਾਰੀ ਨਾਲ ਸੋਚੀਏ ਕੀ ਚਾਹੁੰਦਾ ਪਰਮਾਤਮਾ? TV ਦੇਖੋ ਜਾਂ ਕੁਛ ਜ਼ਿੰਦਗੀ 'ਚ ਕੰਮ ਕਰੋ? ਹੈਂ, ਬੋਲ ਕੇ ਦੱਸੋ। ਨਾਟਕਾਂ ਦੇ ਸਮਾਂ ਖਰਾਬ ਕਰੀਏ ਜਾਂ ਪੜ੍ਹਾਈ, ਗੁਰਬਾਣੀ ਦੀ ਇੱਕ ਇੱਕ ਤੁਕ ਨੂੰ ਆਪਣਾ ਜ਼ਿੰਦਗੀ ਦਾ ਉਦੇਸ਼ ਬਣਾਉਣ ਲਈ ਉਸ ਨੂੰ ਗੁਰਬਾਣੀ ਨੂੰ ਲਿਖੀਏ, ਪੜ੍ਹੀਏ, ਜਾਂ ਕੋਈ ਐਸੇ ਕਾਰਜ ਦੇਖੀਏ ਜਿਹੜੇ ਅਸੀਂ ਕਰ ਸਕਦੇ ਹਾਂ, ਸਾਨੂੰ ਪਰਮਾਤਮਾ ਨੇ ਸਮਾਂ ਦਿੱਤਾ ਹੈ। ਇਹ ਚਾਹੁੰਦਾ ਪਰਮਾਤਮਾ, ਉਹਦਾ ਭਾਣਾ ਹੈ, ਜਾਂ TV ਦੇਖ ਕੇ, ਮੋਬਾਈਲ ਦੇਖ ਕੇ, WhatsApp ਦੇਖ ਕੇ, YouTubeਾਂ ਦੇਖ ਕੇ ਸਮਾਂ ਖਰਾਬ ਕਰਨਾ? ਤੇ ਹੁਣ ਆਪਾਂ ਕੀ ਕਰ ਰਹੇ ਹਾਂ? ਆਪਾਂ ਨੇ ਇਹ ਚੀਜ਼ ਸੋਚਣੀ ਹੈ ਨਾਲ ਨਾਲ। ਕਹਿੰਦੇ ਤੇਰੇ ਭਾਣੇ ਵਿੱਚ ਅੰਮ੍ਰਿਤ ਵਸੈ।
ਉਸ ਵਿੱਚ ਕੀ ਵਸ ਰਿਹਾ? ਸੱਚ ਵਸ ਰਿਹਾ ਹੈ। ਅੰਮ੍ਰਿਤ ਮਤਲਬ ਪ੍ਰਮਾਤਮਾ ਦੀ ਗੱਲ ਹੋ ਰਹੀ ਹੈ। ਪ੍ਰਮਾਤਮਾ ਕੀ ਹੈ? ਸੱਚ। ਉਸ ਗੱਲ ਵਿੱਚ ਹੀ ਸੱਚਾਈ ਹੈ, ਕਹਿੰਦੇ ਹੋਰ ਕਿਸੇ ਗੱਲ 'ਚ ਸੱਚਾਈ ਨਹੀਂ ਹੈ। ਤੂੰ ਭਾਨੈ ਅੰਮ੍ਰਿਤ ਪੀਆਵਨਿਆ। ਫਿਰ ਉਸ ਭਾਣੇ ਵਿੱਚ ਜੇ ਅਸੀਂ ਚੱਲਦੇ ਹਾਂ, ਫਿਰ ਅੰਮ੍ਰਿਤ ਪੀਤਾ, ਸੱਚ ਨੂੰ ਜੀ ਪੀਂਦੇ ਹਾਂ ਅਸੀਂ, ਸੱਚ ਨੂੰ ਗੜਗੜ ਕਰਕੇ ਪੀਂਦੇ ਹਾਂ, ਉਹ ਸੱਚ ਪੀਤਾ ਜਾਂਦਾ। ਜੇ ਘਰੇ ਬੈਠੇ ਹੋ ਨਾ 5-6 ਬੰਦੇ ਘਰੇ ਬੈਠੇ ਹੋ ਤਾਂ 24 ਘੰਟੇ ਸੰਗਤ ਬਣ ਸਕਦੀ ਹੈ। ਕੋਈ ਉੱਧਰਲੇ ਕਮਰੇ 'ਚ ਬੈਠਾ ਮੋਬਾਈਲ ਚੱਕੀ, ਕੋਈ ਉੱਧਰਲੇ ਕਮਰੇ 'ਚ ਮੋਬਾਈਲ ਚੱਕੀ ਬੈਠਾ, ਕੋਈ ਆਪਣੀ ਚੱਕੀ ਬੈਠਾ। ਕਿਉਂ ਨਹੀਂ ਉਸ ਟਾਈਮ ਜੋ ਫ੍ਰੀ ਬੈਠੇ ਇਕੱਠੇ ਬਹਿ ਕੇ ਕੋਈ ਰੱਬ ਦੀ ਗੱਲ ਕਰਦੇ, ਕੋਈ ਪਲਾਨਿੰਗ ਤਿਆਰ ਕਰਦੇ ਵੀ ਚਲੋ ਆਪਾਂ ਕੁਛ ਕਾਰਜ ਮਿਲ ਕੇ ਕਰੀਏ। ਹੋ ਸਕਦੇ ਨਾ ਕਈ ਕਾਰਜ ਮਿਲ ਕੇ, ਕਈ ਵਾਰ ਇਕੱਲੇ ਦਾ ਜੀਅ ਨਹੀਂ ਕਰਦਾ, ਮਿਲ ਕੇ ਤਾਂ ਹੋ ਸਕਦੇ ਨੇ। ਸਾਧ ਸੰਗਤ ਦਾ ਮਤਲਬ ਕੀ ਹੈ? ਇਕੱਠ ਦੇ ਵਿੱਚ ਸ਼ਕਤੀ ਮਿਲਦੀ ਹੈ ਕੰਮ ਕਰਨ ਦੀ। ਪਰ ਚੰਗੇ ਕੰਮ ਕਰਨ ਦੀ ਗੱਲ ਕਰ ਰਹੇ ਹਾਂ ਆਪਾਂ, ਇਹਨਾਂ ਚੋਰ ਵੀ ਇਕੱਠੇ ਹੋ ਜਾਂਦੇ ਨੇ, ਆਪਾਂ ਉਹਦੀ ਗੱਲ ਨਹੀਂ ਕਰ ਰਹੇ, ਆਪਾਂ ਸਤ ਸੰਗਤ ਦੀ ਗੱਲ ਕਰ ਰਹੇ ਹਾਂ। ਕਦੀ ਹੁਣ ਹਫ਼ਤਾ 10 ਦਿਨ ਹੋ ਗਏ ਕਿਸੇ ਕਾਰਜ ਦੇ ਉੱਪਰ ਇੱਕ ਵਾਰ ਵੀ ਡਿਸਕਸ ਕੀਤੀ ਹੈ? ਤੁਸੀਂ ਵੀ ਜਾ ਕੇ ਆਏ ਹਫ਼ਤਾ, ਉੱਥੇ ਵੀ ਜੇ ਆਪਾਂ ਨੋਰਮਲ ਰੂਟੀਨ ਜਿਹੜੀ ਉਰੇ ਆ ਉਹੀ ਉੱਥੇ ਸੀ। ਕਿਸੇ ਕਾਰਜ 'ਤੇ ਡਿਸਕਸ ਕੀਤੀ ਕਿਸੇ ਨੇ ਵੀ ਕਿਸੇ ਦਾ ਭਲਾ ਹੋ ਜਾਵੇ, ਕਿਸੇ ਨੇ ਆਪਾਂ ਕੁਛ ਕਾਰਜਾਂ ਵੱਲ ਤੁਰੀਏ? ਇਹਨਾਂ ਬਾਰੇ ਸੋਚਣ ਦੀ ਕੋਸ਼ਿਸ਼ ਕਰੋ। ਆਪਣੀ ਇਕੱਠ ਦੀ ਤਾਕਤ ਨੂੰ ਪਹਿਚਾਨੋ। ਇਕੱਲੇ ਇਕੱਲੇ ਹੋ ਕੇ ਮਿਲਣਾ ਕੁਛ ਨਹੀਂ, ਇਕੱਲੇ ਇਕੱਲੇ ਹੋ ਕੇ ਕੁਝ ਨਹੀਂ ਮਿਲਣਾ। ਕਿ ਮੇਰੇ ਕਮਰੇ 'ਚ TV ਲੱਗਿਆ ਹੋਵੇ, ਆਪਾਂ ਸੋਚਦੇ ਹਾਂ ਮੈਂ ਕਿਸੇ ਨੂੰ ਬੁਲਾਵਾਂ ਹੀ ਨਾ, ਬਸ ਉਹੀ ਦੇਖੀ ਜਾਵਾਂ, ਫਿਰ ਤਾਂ ਜੇਲ੍ਹ ਹੋ ਗਈ। ਫਿਰ ਜ਼ਿੰਦਗੀ ਦਾ ਕੀ ਫਾਇਦਾ? ਇੱਦਾਂ ਹੀ ਹੁੰਦਾ ਨਾ, ਆਪਾਂ ਵੱਡੇ ਵੱਡੇ ਘਰਾਂ ਵੀ ਦੇਖਦੇ ਹਾਂ, ਇਕੱਠੇ ਹੋ ਕੇ ਸ਼ਕਤੀ ਨੂੰ ਪਹਿਚਾਨੋ। ਜਿਵੇਂ ਜਿਵੇਂ ਉਮਰ ਵੱਧਦੀ ਹੈ ਨਾ, ਮਾਰਗਦਰਸ਼ਨ ਕਰਨਾ ਹੁੰਦਾ ਅਗਲੀਆਂ ਪੀੜ੍ਹੀਆਂ ਦਾ, ਤਾਂ ਸਾਨੂੰ ਤਾਂ ਹਜੇ ਆਪੇ ਮਾਰਗਦਰਸ਼ਨ ਦੀ ਲੋੜ ਆ ਬਹੁਤ ਜ਼ਿਆਦਾ। ਅਗਲੀ ਪੀੜ੍ਹੀ ਨੂੰ ਕੋਈ ਕਾਰਜ ਸੌਂਪ ਕੇ ਜਾਈਏ ਵੀ ਆਹ ਦੇਖੋ ਕਰ ਰਹੇ, ਉਹਨੂੰ ਆਦਤਾਂ ਬਣਾ ਕੇ ਜਾਈਏ। ਸੌਂਪਣ ਦਾ ਮਤਲਬ ਆਦਤਾਂ ਬਣਾ ਕੇ ਜਾਈਏ ਵੀ ਉਹ ਵੀ ਲੱਗੇ ਰਹਿਣ, ਅੱਗੇ ਉਹ ਅਗਲੀ ਪੀੜ੍ਹੀ ਨੂੰ ਆਦਤਾਂ ਦੇ ਕੇ ਜਾਣ। ਤਾਂ ਅਸੀਂ ਆਦਤਾਂ ਕਿਹੜੀਆਂ ਦੇ ਕੇ ਜਾ ਰਹੇ? TV ਦੇਖਣ ਦੀਆਂ, ਨਾਟਕ ਦੇਖਣ ਦੀਆਂ ਇਕੱਠੇ ਬਹਿ ਕੇ। ਚਲੋ, ਅੰਮ੍ਰਿਤ ਸ਼ਬਦ ਅੰਮ੍ਰਿਤ ਹਰ ਬਾਣੀ। ਗੁਰੂ ਦਾ ਜੋ ਸ਼ਬਦ ਹੈ ਕਹਿੰਦੇ ਇਹ ਵੀ ਅੰਮ੍ਰਿਤ ਹੈ। ਠੀਕ ਹੈ ਜੀ, ਅੰਮ੍ਰਿਤ ਹਰ ਬਾਣੀ, ਉਸ ਦੀ ਜੋ ਬੋਲੀ ਹੈ ਪ੍ਰਮਾਤਮਾ ਦੀ, ਉਹ ਵੀ ਅੰਮ੍ਰਿਤ ਹੀ ਪੈਦਾ ਕਰਦੀ ਹੈ, ਤਾਕਤ ਹੀ ਦਿੰਦੀ ਹੈ, ਆਤਮਿਕ ਅਡੋਲਤਾ ਦੀ ਪ੍ਰਧਾਨਤਾ ਹੀ ਸਾਨੂੰ ਕਰਦੀ ਹੈ। ਸਤਿਗੁਰੂ ਦਾ ਆਸਰਾ ਪਰਨਾ ਲਿਆ ਜਾਏ ਤਦੋਂ ਹੀ ਆਤਮਿਕ ਜੀਵਨ ਦੇਣ ਵਾਲਾ ਗੁਰੂ ਸ਼ਬਦ, ਤਦੋਂ ਹੀ ਆਤਮਿਕ ਜੀਵਨ ਦੇਣ ਵਾਲੀ ਸਿਰਫ ਸਾਰੀ ਬਾਣੀ ਮੁਕਤੀ ਹਿਰਦੇ ਵਿੱਚ ਵਸ ਸਕਦੀ ਹੈ। ਅੰਮ੍ਰਿਤ ਸ਼ਬਦ ਅੰਮ੍ਰਿਤ ਹਰ ਬਾਣੀ, ਸਤਿਗੁਰ ਸੇਵਿਆ ਹਿਰਦੈ ਸਮਾਣੀ। ਗੁਰੂ ਜੀ ਜਿਹੜੇ ਅੰਮ੍ਰਿਤ ਸ਼ਬਦ ਹੈ ਅਤੇ ਪਰਮਾਤਮਾ ਦੀ ਅੰਮ੍ਰਿਤ ਜਿਹੜੀ ਬਾਣੀ ਹੈ, ਹੁਣ ਹਰ ਪਰਮਾਤਮਾ ਦੀ ਬਾਣੀ ਅੰਮ੍ਰਿਤ ਕੀ ਹੈ? ਸੱਚ। ਬਾਣੀ ਕੀ ਹੈ? ਸੱਚ। ਕਹਿੰਦੇ ਉਹ ਸਾਡੇ ਸ਼ਬਦ ਵੀ ਸੱਚ ਹੋਣਗੇ ਗੁਰੂ ਦੇ, ਜੋ ਸਾਨੂੰ ਸਿਖਾਏ ਜਾਂਦੇ ਨੇ। ਸਾਡਾ ਜੀਵਨ ਵੀ ਸੱਚਾ ਬਣੂਗਾ ਸ਼ਬਦਾਂ ਰਾਹੀਂ, ਸਾਡੀ ਬੋਲੀ ਵੀ ਸੱਚੀ ਬਣੂ। ਪਰ ਕਦੋਂ? ਸਤਿਗੁਰ ਸੇਵਿਆ ਹਿਰਦੈ ਸਮਾਣੀ। ਜਦੋਂ ਸਤਿਗੁਰ ਦੇ ਅਨੁਸਾਰ ਜ਼ਿੰਦਗੀ ਜੀ ਕੇ ਉਹ ਹਿਰਦੇ ਵਿੱਚ ਵਸ ਜਾਵੇਗੀ, ਉਦੋਂ। ਹਜੇ ਹਿਰਦੇ 'ਚ ਕੀ ਵਸਿਆ ਹੋਇਆ ਆਪਣੇ? ਤਾਰਕ ਮਹਿਤਾ, ਬੰਦੂਕ, ਗੋਲੀਆਂ। ਬਾਣੀ ਹਿਰਦੇ 'ਚ ਵਸਾਓ। ਨਾਨਕ ਅੰਮ੍ਰਿਤ ਨਾਮ ਸਦਾ ਸੁਖ ਦਾਤਾ। ਨਾਨਕ ਜੀ ਕਹਿੰਦੇ ਨੇ, ਭਾਈ ਇਹ ਜਿਹੜਾ ਤੇ ਮੈਂ ਤੁਹਾਨੂੰ ਗੱਲਾਂ ਦੱਸ ਰਿਹਾ ਨਾ, ਗੁਰੂ ਜੀ ਕਹਿੰਦੇ ਇਹ ਪ੍ਰਮਾਤਮਾ ਦੇ ਅੰਮ੍ਰਿਤ ਨਾਮ ਦੀਆਂ, ਇਹਦੇ ਨਾਲ ਤੁਸੀਂ ਸਦਾ ਸੁਖੀ ਰਵੋਗੇ। ਕੀ ਰਵੋਗੇ? ਸਦਾ ਸੁਖੀ ਰਵੋਗੇ। ਪੀ ਅੰਮ੍ਰਿਤ, ਜਦੋਂ ਤੁਸੀਂ ਇਹ ਅੰਮ੍ਰਿਤ ਨੂੰ ਪੀਵੋਗੇ ਨਾ, ਵੀ ਸੱਚਮੁੱਚ ਪੀਵੋਗੇ, ਸਭ ਭੁੱਖ ਲੈ ਜਾਵਣੀਆਂ, ਤੁਹਾਡੀਆਂ ਸਾਰੀਆਂ ਭੁੱਖਾਂ ਲੈ ਜਾਣਗੀਆਂ। ਫਿਰ ਸਾਰੀਆਂ ਭੁੱਖਾਂ ਲੈ ਜਾਣਗੀਆਂ, ਭੜਕਣਾਵਾਂ ਦੂਰ ਹੋ ਜਾਣਗੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।